ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕਾਦਰਯਾਰ ਦੁਆਰਾ ਰਚਿਤ ਕਿੱਸਾ ਪੂਰਨ ਭਗਤ ਦੀ ਸਹਿ ਪ੍ਰਸੰਗ ਵਿਆਖਿਆ ਭਾਗ 2 ਲੈ ਕੇ ਹਾਜ਼ਰ ਹੋਏ ਹਾਂ। ਪਿਛਲੀ ਕਲਾਸ ਦੇ ਵਿੱਚ ਪੂਰਨ ਦਾ ਜਨਮ ਅਤੇ ਪੂਰਨ ਦਾ ਪਿਤਾ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਸਿਰਲੇਖ ਤਹਿਤ ਅਸੀਂ ਭਾਗ 1 ਦੇ ਵਿੱਚ ਚਰਚਾ ਕੀਤੀ ਸੀ। ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਭਾਗ 1 ਨੂੰ ਵੀ ਸੁਣ ਲੈਣ, ਜੋ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਸ਼ਾਮਿਲ ਕਰ ਦਿੱਤਾ ਗਿਆ ਹੈ। ਅਤੇ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਇਹ ਕਾਵਿ-ਬੰਧ ਜੋ ਹੈ ਇਹ ਲੂਣਾ ਦਾ ਪੂਰਨ ਉੱਤੇ ਮੋਹਿਤ ਹੋਣਾ ਸਿਰਲੇਖ ਤਹਿਤ ਦਰਜ ਹੈ। ਸ਼ੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ ਮੱਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ। ਕਵੀ ਕਹਿ ਰਹੇ ਹਨ ਕਿ ਬੜੀ ਸ਼ਾਨ ਸ਼ੌਕਤ ਦੇ ਨਾਲ ਔਰ ਬੜੇ ਸ਼ੌਂਕ ਦੇ ਨਾਲ, ਬੜੇ ਚਾਅ ਦੇ ਨਾਲ ਪੂਰਨ ਭਗਤ ਜੋ ਹੈ ਜਦੋਂ ਭੋਰੇ ਦੇ ਵਿੱਚੋਂ ਬਾਹਰ ਆਉਂਦਾ ਹੈ ਅਤੇ ਆਪਣੇ ਪਿਤਾ ਨੂੰ ਨਤਮਸਤਕ ਹੋਣ ਤੋਂ ਬਾਅਦ ਮਤਰੇਈ ਮਾਂ ਲੂਣਾ ਦੇ ਦਰਬਾਰ ਦੇ ਵਿੱਚ ਉਸਨੂੰ ਮੱਥਾ ਟੇਕਣ ਦੇ ਲਈ ਜਾਂਦਾ ਹੈ, ਮਿਲਣ ਦੇ ਲਈ ਜਾਂਦਾ ਹੈ। ਅੱਗੇ ਲੰਘ ਕੇ ਸਾਹਮਣੇ ਖੜਾ ਹੁੰਦਾ, ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ। ਰਾਜ ਮਹਿਲ ਜੋ ਹੈ ਉਸਦੇ ਪ੍ਰਵੇਸ਼ ਦੁਆਰ ਤੋਂ ਲੰਘਦਾ ਹੋਇਆ ਜਾ ਕੇ ਮਾਤਾ ਦੇ ਸਨਮੁਖ ਖੜਾ ਹੁੰਦਾ ਹੈ ਅਤੇ ਹੱਥ ਜੋੜ ਕੇ ਉਸਨੂੰ ਸੀਸ ਝੁਕਾ ਕੇ ਨਮਨ ਕਰਦਾ ਹੈ। ਸੂਰਤ ਵੇਖ ਹੋ ਬੇਤਾਬ ਗਈ। ਕਵੀ ਕਹਿ ਰਿਹਾ ਹੈ ਕਿ ਪੂਰਨ ਜੋ ਸੀ ਇੰਨਾ ਖੂਬਸੂਰਤ ਸੋਹਣਾ ਸੁਨੱਖਾ ਨੌਜਵਾਨ ਸੀ, ਜਿਸ ਨੂੰ ਵੇਖਦਿਆਂ ਸਾਰ ਲੂਣਾ ਜੋ ਹੈ ਬੇਤਾਬ ਬੜੀ ਪਰੇਸ਼ਾਨ ਹੋ ਜਾਂਦੀ ਹੈ। ਹੋਰ ਕੁਝ ਨਾ ਹੀ ਨਜ਼ਰ ਆਉਂਦਾ ਹੀ ਜੀ, ਕਿਉਂਕਿ ਉਸ ਨੂੰ ਆਪਣੇ ਸਾਹਮਣੇ ਪੁੱਤਰ ਪੂਰਨ ਨਹੀਂ ਸਗੋਂ ਇੱਕ ਖੂਬਸੂਰਤ ਨੌਜਵਾਨ ਦੇ ਉੱਪਰ ਉਹਦੀ ਨਜ਼ਰ ਟਿਕ ਗਈ ਹੈ। ਇਸ ਤੋਂ ਸਿਵਾ ਉਸ ਨੂੰ ਕੋਈ ਆਪਣਾ ਰਿਸ਼ਤਾ ਨਾਤਾ, ਆਪਣੀ ਇੱਜ਼ਤ ਮਾਣ ਮਰਿਆਦਾ ਸਭ ਭੁੱਲ ਜਾਂਦੀ ਹੈ। ਕਾਦਰਯਾਰ ਜੋ ਲੂਣਾ ਦੇ ਦਿਲ ਅੰਦਰ ਆਣ ਪਾਪ ਜੋ ਘੇਰੜਾ ਪਾਉਂਦਾ ਜੀ। ਅਜਿਹਾ ਕਿਉਂ ਹੁੰਦਾ ਹੈ? ਕਾਦਰਯਾਰ ਕਵੀ ਕਹਿ ਰਹੇ ਨੇ ਕਿਉਂਕਿ ਲੂਣਾ ਦੇ ਦਿਲ ਦੇ ਵਿੱਚ ਪਾਪ ਜਿਹੜਾ ਹੈ ਉਹ ਹਾਵੀ ਹੋ ਗਿਆ ਹੈ, ਕਿਉਂਕਿ ਉਸਨੇ ਪਹਿਲੀ ਵਾਰ ਇੰਨਾ ਸੋਹਣਾ ਸੁਨੱਖਾ ਆਪਣਾ ਹਮ ਉਮਰ ਨੌਜਵਾਨ ਆਪਣੇ ਰਾਜ ਦਰਬਾਰ ਦੇ ਵਿੱਚ ਤੱਕਿਆ ਹੈ। ਕਿਉਂਕਿ ਲੂਣਾ ਜੋ ਹੈ ਉਹ ਰਾਜੇ ਸਲਵਾਹਨ ਦੀ ਦੂਸਰੀ ਪਤਨੀ ਹੈ ਔਰ ਰਾਜਾ ਸਲਵਾਹਨ ਅਤੇ ਲੂਣਾ ਦੀ ਉਮਰ ਦੇ ਵਿੱਚ ਬਹੁਤ ਵੱਡਾ ਫਰਕ ਹੈ। ਸੋ ਇੱਕ ਨੌਜਵਾਨ ਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਵੇਖਦਿਆਂ ਸਾਰ ਲੂਣਾ ਦਾ ਮਨ ਜਿਹੜਾ ਹੈ ਉਹ ਵਿਆਕੁਲ ਹੋ ਜਾਂਦਾ ਹੈ। ਸੁਆਦ ਸਿਫਤ ਨਾ ਹੁਸਨ ਦੀ ਜਾਏ ਚੱਲੀ, ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁੱਠੀ। ਭਾਵ ਇੰਨਾ ਸੋਹਣਾ ਸੁਨੱਖਾ ਨੌਜਵਾਨ ਜਿਸ ਦੀ ਉਹ ਹੁਸਨ ਦੀ ਜਿਹੜੀ ਤਾਬ ਹੈ ਉਸਨੂੰ ਝੱਲ ਨਹੀਂ ਸਕਦੀ, ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁੱਠੀ, ਉਸ ਦਾ ਕਾਲਜਾ ਜਿਹੜਾ ਹੈ ਮੁੱਠੀ ਦੇ ਵਿੱਚ ਆ ਜਾਂਦਾ ਹੈ। ਭਾਵ ਉਹ ਬੜੀ ਵਿਆਕੁਲ ਹੋ ਜਾਂਦੀ ਹੈ। ਸੂਰਤ ਨਜ਼ਰ ਆਈ ਰਾਜਾ ਭੁੱਲ ਗਿਆ, ਕਿਉਂਕਿ ਪੂਰਨ ਨੂੰ ਦੀ ਸੂਰਤ ਵੇਖਦਿਆਂ ਸਾਰ ਉਸ ਨੂੰ ਆਪਣਾ ਜੋ ਪਤੀਵ੍ਰਤਾ ਧਰਮ ਹੈ ਉਸ ਤੋਂ ਉਹ ਮੁਨਕਰ ਹੋ ਜਾਂਦੀ ਹੈ, ਜਾਂ ਉਸ ਨੂੰ ਉਸ ਬਾਰੇ ਖਿਆਲ ਹੀ ਨਹੀਂ ਰਹਿੰਦਾ ਕਿ ਉਹ ਇੱਕ ਰਾਜ ਦਰਬਾਰ ਦੇ ਵਿੱਚ ਮੌਜੂਦ ਹੈ, ਰਾਜੇ ਸਲਵਾਹਨ ਦੀ ਪਤਨੀ ਹੈ, ਉਸ ਦਾ ਕੀ ਰੁਤਬਾ ਹੈ। ਸਿਰ ਪੈਰ ਤਾਂ ਹੀ ਅੱਗ ਭੜਕ ਉੱਠੀ, ਕਿਉਂਕਿ ਉਸਦੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਕਾਮ ਵਾਸ਼ਨਾ ਜਿਹੜੀ ਹੈ ਉਸਦੇ ਅੰਦਰ ਇੰਨਾ ਹਾਵੀ ਹੋ ਜਾਂਦੀ ਹੈ ਕਿ ਉਸਨੂੰ ਆਪਣੇ ਫਰਜ਼, ਆਪਣੀਆਂ ਜ਼ਿੰਮੇਦਾਰੀਆਂ, ਆਪਣੀ ਮਾਨ ਮਰਿਆਦਾ ਵੱਲੋਂ ਉਸ ਦਾ ਧਿਆਨ ਭੰਗ ਹੋ ਜਾਂਦਾ ਹੈ। ਦਿਲੋਂ ਪੁੱਤਰ ਨੂੰ ਯਾਰ ਬਣਾਇਓ ਸੂ, ਉਸ ਦੀ ਸਾਬਤੀ ਦੇ ਵਿੱਚੋਂ ਲੱਜ ਟੁੱਟੀ। ਉਹ ਪੂਰਨ ਨੂੰ ਪੁੱਤਰ ਦੇ ਰੂਪ ਵਿੱਚ ਨਹੀਂ, ਆਪਣੇ ਪ੍ਰੀਤਮ ਦੇ ਰੂਪ ਦੇ ਵਿੱਚ ਜੋ ਹੈ ਉਹ ਵੇਖ ਰਹੀ ਹੈ। ਇੱਕ ਤਰ੍ਹਾਂ ਦੇ ਨਾਲ ਉਸ ਦਾ ਜੋ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਹਨ ਉਹਨਾਂ ਨੂੰ ਭੰਗ ਕਰਨ ਬਾਰੇ ਉਹ ਸੋਚ ਰਹੀ ਹੈ। ਕਾਦਰਯਾਰ ਤਰੀਮਤ ਹੈ ਸਿਆਰੀ, ਤਰੀਮਤ ਹੈ ਸਿਆਰੀ ਭਾਵ ਤਰੀਮਤ ਤੋਂ ਭਾਵ ਹੈ ਔਰਤ, ਹੈ ਸਿਆਰੀ ਮਨ, ਆਪਣੇ ਮਨ ਦੀ ਮਰਜ਼ੀ ਦੀ ਮਾਲਕ, ਲੱਗੀ ਵੇਖ ਵਗਾਵਣੇ ਨਦੀ ਪੁੱਠੀ। ਕਿ ਵੇਖੋ ਕਿਹੋ ਜਿਹੇ ਖਿਆਲ ਉਸ ਦੇ ਮਨ ਦੇ ਵਿੱਚ ਆ ਰਹੇ ਹਨ, ਕਿਹੋ ਜਿਹਾ ਅਣਹੋਣਾ ਸੰਬੰਧ ਉਹ ਸਥਾਪਿਤ ਕਰਨਾ ਚਾਹ ਰਹੀ ਹੈ। ਜੁਆਦ ਜਰਬ ਦੇ ਨਾਲ ਅਤੇ ਜ਼ੋਰ ਦੇ ਨਾਲ ਰਾਜਾ ਅੰਦਰ ਲੰਘ ਕੇ ਰਾਜ ਮਹਲ ਜਾਏ, ਪਰ ਪੂਰਨ ਜੋ ਹੈ ਉਹ ਇੱਕ ਤਰ੍ਹਾਂ ਦੇ ਨਾਲ ਜ਼ਬਰਦਸਤੀ ਆਪਣੀ ਮਾਤਾ ਦੀ ਮਨੋਸਥਿਤੀ ਨੂੰ ਜੋ ਹੈ ਨਾ ਭਾਂਪਦਾ ਹੋਇਆ ਮਾਤਾ ਦੇ ਕੋਲ ਜਾ ਕੇ ਰੰਗ ਮਹਲ ਦੇ ਵਿੱਚ ਪਹੁੰਚ ਜਾਂਦਾ ਹੈ। ਹੱਥ ਬੰਨ੍ਹ ਕੇ ਸਾਹਮਣੇ ਖੜਾ ਹੁੰਦਾ, ਹੱਥ ਜੋੜ ਕੇ ਉਹਦੇ ਸਾਹਮਣੇ ਖੜਾ ਹੁੰਦਾ ਅਤੇ ਸ਼ਬਦ ਉਸਦੇ ਮੂੰਹੋਂ ਨਿਕਲਦੇ ਹਨ ਕਿ ਮੇਰੀ ਧਰਮ ਮਾਤਾ, ਪ੍ਰੀਤਮ ਮਾਤਾ, ਪਿਆਰੀ ਮਾਤਾ, ਮੈਂ ਆਪ ਜੀ ਨੂੰ ਪ੍ਰਣਾਮ ਕਰਨ ਲਈ ਆਇਆ ਹਾਂ।
ਮੇਰਾ ਪ੍ਰਣਾਮ ਸਵੀਕਾਰ ਕਰੋ। ਅੱਗੋਂ ਦੇਵ ਨਾ ਉਸ ਪਿਆਰ ਸਾਈ, ਸਗੋਂ ਦੇਖ ਰਾਣੀ ਮੱਥੇ ਵੱਟ ਪਾਈ। ਰਾਣੀ ਨੇ ਫਰਜ਼ ਤਾਂ ਉਸਦਾ ਇਹ ਬਣਦਾ ਸੀ ਕਿ ਪੂਰਨ ਦੇ ਸਿਰ ਦੇ ਉੱਤੇ ਆਸ਼ੀਰਵਾਦ ਭਰਿਆ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦਿੰਦੀ, ਜਵਾਨੀਆਂ ਮਾਣਨ ਦਾ, ਜੁਗ ਜੁਗ ਜਿਉਂਦੇ ਰਹਿਣ ਦਾ, ਰਾਜ ਭਾਗ ਸਲਾਮਤ ਰਹਿਣ ਦਾ। ਪਰ ਉਹ ਆਪਣੇ ਇਹਨਾਂ ਫਰਜ਼ਾਂ ਨੂੰ ਭੁੱਲ ਕੇ ਉਸ ਦੇ ਮੱਥੇ ਦੇ ਉੱਤੇ ਜਿਹੜੇ ਹਨ ਵੱਟ ਪੈ ਜਾਂਦੇ ਹਨ। ਭਾਵ ਇੱਕ ਗੁੱਸਾ ਜੋ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕਾਦਰ ਯਾਰ ਖਲੋਏ ਕੇ ਦੇਖ ਅੱਖੀਂ, ਚੜਿਆ ਕਹਿਰ ਚਰਿੱਤਰ ਜੋ ਵਰਤ ਜਾਏ। ਕਾਦਰ ਯਾਰ ਕਹਿ ਰਿਹਾ ਕਿ ਜੇ ਕੋਈ ਸਾਕਸ਼ਾਤ ਉਸਦੇ ਸਾਹਮਣੇ ਖੜੇ ਹੋ ਕੇ ਵੇਖਦਾ ਤਾਂ ਉਹ ਭਾਂਪ ਜਾਂਦਾ ਕਿ ਕਿੰਨਾ ਕਹਿਰ, ਕਿੰਨਾ ਗੁੱਸਾ ਪੂਰਨ ਦੇ ਮੂੰਹੋਂ ਮਾਂ ਸ਼ਬਦ ਸੁਣ ਕੇ ਉਸ ਨੂੰ ਚੜ੍ਹਿਆ ਸੀ ਕਿ ਪਤਾ ਨਹੀਂ ਕੀ ਭਾਣਾ ਵਰਤ ਸਕਦਾ ਸੀ। ਤੋਏ ਤਾਲਿਆ ਮੇਰਿਆ ਘੇਰ ਆਂਦਾ, ਲੂਣਾ ਆਪ ਦਲੀਲਾਂ ਦੇ ਫਿਕਰ ਬੰਨੇ। ਦੂਜੇ ਪਾਸੇ ਲੂਣਾ ਦੀ ਮਨੋਸਥਿਤੀ ਨੂੰ ਬਿਆਨ ਕਰਦਿਆਂ ਹੋਇਆਂ ਕਵੀ ਕਹਿ ਰਿਹਾ ਹੈ ਕਿ ਉਹ ਰੱਬ ਦੀ ਇੱਕ ਤਰ੍ਹਾਂ ਦੇ ਨਾਲ ਸ਼ੁਕਰਗੁਜ਼ਾਰ ਹੁੰਦੀ ਹੈ ਕਿ ਰੱਬਾ ਤੂੰ ਇਹ ਵਕਤ ਜੋ ਹੈ ਮੇਰੇ 'ਤੇ ਲਿਆਂਦਾ ਹੈ, ਇਹ ਕੋਈ ਤੇਰੀ ਰਹਿਮਤ ਹੈ। ਉਹ ਫਿਕਰ ਕਰ ਰਹੀ ਹੈ, ਦਲੀਲਾਂ ਵੰਨ ਸੁਵੰਨੇ ਮਨਸੂਬੇ ਮਨ ਹੀ ਮਨ ਬਣਾ ਰਹੀ ਹੈ ਕਿ ਕਾਸ਼ ਅਜਿਹਾ ਸੋਹਣਾ ਸੁਨੱਖਾ ਨੌਜਵਾਨ ਜੋ ਹੈ ਮੇਰਾ ਜੀਵਨ ਸਾਥੀ ਹੁੰਦਾ, ਮੈਂ ਵੀ ਸੁਰਗ ਪ੍ਰਾਪਤੀ ਥੀਵਨੀ ਹਾਂ। ਪੂਰਨ ਭਗਤ ਦੇ ਜੇ ਆਖਿਆ ਇੱਕ ਮੰਨੇ। ਫਿਰ ਉਹ ਮਨ ਹੀ ਮਨ ਸੋਚ ਰਹੀ ਹੈ ਕਿ ਜੇ ਪੂਰਨ ਜੋ ਹੈ ਮੇਰੀ ਮਨੋਸਥਿਤੀ ਨੂੰ ਸਮਝ ਲਵੇ ਜਾਂ ਮੇਰਾ ਕਹਿਣਾ ਮੰਨ ਲਵੇ ਤਾਂ ਮੈਨੂੰ ਵੀ ਸਵਰਗ ਦੀ ਪ੍ਰਾਪਤੀ ਹੋ ਸਕਦੀ ਹੈ। ਭਾਵ ਇਹ ਜੀਣਾ ਜੋ ਮੇਰੇ ਲਈ ਮੁਹਾਲ ਹੋਇਆ ਪਿਆ ਹੈ, ਇਹ ਮੇਰੀ ਜੋ ਸਥਿਤੀ ਹੈ ਇਸ ਤੋਂ ਮੈਂ ਮੁਕਤ ਹੋ ਸਕਦੀ ਹਾਂ। ਲੱਗੀ ਦੇਣ ਲੰਗਾਰ ਅਸਮਾਨ ਤਾਈਂ, ਉਹਦੀ ਸਾਬਤੀ ਦੇ ਵਿੱਚੋਂ ਥੰਮ ਭੰਨੇ। ਅਸਮਾਨ ਨੂੰ ਲੰਗਾਰ ਦੇਣਾ ਭਾਵ ਅਣਹੋਣਾ ਖਿਆਲ ਮਨ ਦੇ ਵਿੱਚ ਆਉਣਾ, ਇੱਕ ਤਰ੍ਹਾਂ ਦੇ ਨਾਲ ਉਸ ਦੀ ਸਾਬਤੀ ਦੇ ਵਿੱਚੋਂ ਥੰਮ ਭੰਨੇ। ਭਾਵ ਉਹਦਾ ਮਨੋਸਥਿਤੀ ਜਿਹੜੀ ਹੈ ਇੰਨੀ ਡਾਵਾਂ ਡੋਲ ਹੋ ਗਈ ਹੈ, ਉਹ ਬਿਨਾਂ ਦੁਨੀਆਦਾਰੀ ਨੂੰ ਸੋਚੇ, ਬਿਨਾਂ ਆਪਣੀ ਸਥਿਤੀ ਨੂੰ ਸੋਚੇ ਜਾਂ ਆਪਣੇ ਰੁਤਬੇ ਵੱਲ ਖਿਆਲ ਕੀਤੇ ਬਿਨਾਂ, ਆਪਣੇ ਪੂਰਨ ਦੇ ਨਾਲ ਜੋ ਸੰਬੰਧ ਹਨ, ਕਿਉਂਕਿ ਉਹ ਉਸਦੇ ਪਤੀ ਦਾ ਪੁੱਤਰ ਹੈ ਸੋ ਇਸ ਨਾਤੇ ਉਸ ਦਾ ਵੀ ਪੁੱਤਰ ਬਣਦਾ ਹੈ, ਇਹਨਾਂ ਸਾਰੀਆਂ ਗੱਲਾਂ ਵੱਲ, ਨੈਤਿਕ ਕਦਰਾਂ ਕੀਮਤਾਂ ਮਾਨ ਮਰਿਆਦਾ ਵੱਲ ਧਿਆਨ ਦਿੱਤੇ ਬਿਨਾਂ ਹੀ ਉਹ ਮਨ ਦੇ ਵਿੱਚ ਜੋ ਹੈ ਅਜੀਬੋ ਕਿਸਮ ਦੇ ਖਿਆਲ ਉਸਦੇ ਮਨ ਵਿੱਚ ਆ ਰਹੇ ਹਨ। ਕਾਦਰ ਯਾਰ ਤਰੀਮਤ ਹੈ ਸਿਆਰੀ, ਭੰਨਣ ਲੂਣ ਲੱਗੀ ਵਿੱਚ ਥਾਲ ਛੰਨੇ। ਕਾਦਰ ਯਾਰ ਕਹਿ ਰਿਹਾ ਹੈ ਕਿ ਅਜਿਹੀ ਬੁਰੀ ਔਰਤ, ਭਾਵ ਚਰਿੱਤਰ ਤੋਂ ਗਿਰੀ ਹੋਈ ਔਰਤ ਜਿਹੜੀ ਹੈ ਉਹ ਅਜਿਹੇ ਸੰਬੰਧ ਆਪਣੇ ਪੁੱਤਰ ਦੇ ਨਾਲ ਸਥਾਪਿਤ ਕਰਨਾ ਚਾਹ ਰਹੀ ਹੈ ਜਿਸ ਦੀ ਸਾਡਾ ਸਮਾਜ, ਸਾਡੀਆਂ ਨੈਤਿਕ ਕਦਰਾਂ ਕੀਮਤਾਂ ਇਜਾਜ਼ਤ ਨਹੀਂ ਦਿੰਦੀਆਂ। ਅਜਿਹਾ ਉਸਦੇ ਮਨ ਦੇ ਵਿੱਚ ਖਿਆਲ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕਵੀ ਕਹਿ ਰਿਹਾ ਹੈ ਕਿ ਭੰਨਣ ਲੂਣ ਲੱਗੀ ਵਿੱਚ ਥਾਲ ਛੰਨੇ। ਭਾਵ ਲੂਣ ਨੂੰ ਥਾਲ ਜੋ ਹੁੰਦਾ ਹੈ ਕਹਿਣ ਦਾ, ਜੇਕਰ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਡਲੀ ਵਾਲੇ ਲੂਣ ਹੁੰਦੇ ਸਨ ਉਹਨਾਂ ਨੂੰ ਪੀਸ ਕੇ ਵਰਤਿਆ ਜਾਂਦਾ ਸੀ, ਅਤੇ ਜੇ ਕੋਈ ਨਾ ਸਮਝ ਔਰਤ ਲੂਣ ਨੂੰ ਭੰਨਣ ਦੇ ਲਈ ਕੁੰਡੇ ਦੀ ਬਜਾਏ ਜੇਕਰ ਕਹਿ ਦੇ ਥਾਲ ਦੀ ਵਰਤੋਂ ਕਰੇਗੀ ਤਾਂ ਕਿਉਂਕਿ ਲੂਣ ਇੰਨਾ ਸਖਤ ਹੁੰਦਾ ਸੀ, ਜਦੋਂ ਉਹਦੇ 'ਤੇ ਸੱਟ ਵੱਜਣੀ ਸੀ ਲੂਣ ਟੁੱਟਦਾ ਜਾਂ ਨਾ ਟੁੱਟਦਾ, ਪਰ ਕਹਿ ਦਾ ਥਾਲ ਜਿਹੜਾ ਸੀ ਉਹਦੇ ਟੁਕੜੇ ਟੁਕੜੇ ਹੋ ਸਾਣੇ ਜਾਂਦੇ ਸਨ ਜਾਂ ਜਾਣੇ ਸਨ, ਕਿਉਂਕਿ ਥਾਲ ਕਹਿ ਜਿਹੜਾ ਹੁੰਦਾ ਹੈ ਉਹਨੂੰ ਸੱਟ ਵੱਜਣ 'ਤੇ ਉਹ ਵਿੰਗਾ ਨਹੀਂ ਹੁੰਦਾ ਜਾਂ ਲਿਫਦਾ ਨਹੀਂ, ਸਗੋਂ ਉਹ ਕੱਚ ਵਾਂਗ ਉਸਦੇ ਟੁਕੜੇ ਟੁਕੜੇ ਹੋ ਜਾਂਦੇ ਹਨ। ਸੋ ਜਿਸ ਤਰ੍ਹਾਂ ਲੂਣ ਨੂੰ ਜੇ ਕੋਈ ਥਾਲ ਦੇ ਵਿੱਚ ਭੰਨਣ ਦੀ ਕੋਸ਼ਿਸ਼ ਕਰੇਗੀ ਔਰਤ, ਤਾਂ ਉਹ ਲੂਣ ਤਾਂ ਭੱਜੇ ਨਾ ਭੱਜੇ, ਪਰ ਲੂਣ ਵਾਲਾ ਪਾਤਰ ਜਾਂ ਬਰਤਨ ਜਾਂ ਭਾਂਡਾ ਜਿਹੜਾ ਸੀ ਥਾਲ ਉਹਨੇ ਟੁੱਟ ਜਾਣਾ ਸੀ। ਠੀਕ ਇਸੇ ਤਰ੍ਹਾਂ ਪੂਰਨ ਦੇ ਬਾਰੇ ਜੋ ਉਸਦੇ ਮਨ ਦੇ ਵਿੱਚ ਖਿਆਲ ਆ ਰਹੇ ਹਨ, ਪੂਰਨ ਦੀ ਸਥਿਤੀ ਜਿਹੜੀ ਹੈ ਉਹ ਲੂਣ ਸਖਤ ਉਸ ਲੂਣ ਦੇ ਨਾਲ ਤੁਲਨਾ ਕੀਤੀ ਗਈ ਹੈ, ਜਿਸ ਨੂੰ ਭਾਵੇਂ ਉਹ ਕਿੰਨਾ ਵੀ ਕੋਸ਼ਿਸ਼ ਕਰੇ ਵਰਗਲਾਉਣ ਦੀ, ਆਪਣੀਆਂ ਗੱਲਾਂ ਵਿੱਚ ਲਿਆਉਣ ਦੀ, ਉਸ ਦੇ ਉੱਪਰ ਦਬਾਅ ਪਾਉਣ ਦੀ, ਉਸਨੇ ਆਪਣੀ ਨੈਤਿਕ ਕਦਰਾਂ ਕੀਮਤਾਂ 'ਤੇ, ਆਪਣੀ ਮਾਨ ਮਰਿਆਦਾ 'ਤੇ ਕਾਇਮ ਰਹਿਣਾ ਹੈ। ਪਰ ਜੋ ਲੂਣਾ ਹੈ ਉਸ ਦਾ ਜੱਤ ਸੱਤ ਡੋਲ ਗਿਆ ਹੈ, ਉਸ ਦੇ ਮਨ ਦੀ ਸਥਿਤੀ ਜਿਹੜੀ ਹੈ ਉਹ ਉਸ ਕਹਿ ਦੇ ਥਾਲ ਵਾਂਗ ਹੈ ਜਿਸ ਨੇ ਟੁਕੜੇ ਟੁਕੜੇ ਹੋ ਜਾਣਾ ਹੈ। ਸੋ ਕਵੀ ਨੇ ਇੱਥੇ ਇੱਕ ਮੁਹਾਵਰਾ ਵਰਤ ਕੇ ਲੂਣਾ ਅਤੇ ਪੂਰਨ ਦੀ ਸਥਿਤੀ ਨੂੰ ਬਿਆਨ ਕੀਤਾ ਹੈ ਕਿ ਲੂਣਾ ਜਿਹੜੀ ਹੈ ਉਹ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਭੰਗ ਕਰਨ ਬਾਰੇ ਸੋਚ ਰਹੀ ਹੈ, ਪਰ ਦੂਜੇ ਪਾਸੇ ਪੂਰਨ ਜੋ ਹੈ ਉਸਨੇ
ਆਪਣੀ ਮਾਨ ਮਰਿਆਦਾ ਤੇ ਕਾਇਮ ਰਹਿੰਦਿਆਂ ਹੋਇਆਂ ਆਪਣੇ ਜੱਤ ਸੱਤ ਨੂੰ ਕਾਇਮ ਰੱਖਣਾ ਹੈ ਔਰ ਅਜਿਹੀਆਂ ਕੋਝੀਆਂ ਚਾਲਾਂ ਦੇ ਵਿੱਚ ਨਹੀਂ ਫਸਣਾ। ਜੋ ਇਹ ਜ਼ਾਰਾ ਆਖਦੀ ਸ਼ਰਮ ਕਹੀ, ਮਾਈ ਮਾਈ ਨਾ ਰਾਜਿਆ ਆਖ ਮੈਨੂੰ। ਫਿਰ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਪੂਰਨ ਨੂੰ ਕਹਿੰਦੀ ਹੈ ਕਿ ਮਾਈ ਮਾਈ ਭਾਵ ਮੈਨੂੰ ਮਾਂ ਕਹਿ ਕੇ ਬੁਲਾਉਣ ਦੀ ਕੋਸ਼ਿਸ਼ ਨਾ ਕਰ। ਕੁੱਖੋਂ ਰੱਖ ਨਾ ਤੈਨੂੰ ਮੈਂ ਜੰਮਿਆ ਵੇ, ਮਾਤਾ ਆਖਣਾ ਹੈ ਕਿਹੜੇ ਸਾਗ ਮੈਨੂੰ, ਕਿਉਂਕਿ ਮੈਂ ਤੈਨੂੰ ਆਪਣੀ ਕੁੱਖੋਂ ਜਨਮ ਨਹੀਂ ਦਿੱਤਾ। ਫਿਰ ਤੇਰਾ ਤੇ ਮੇਰਾ ਮਾਂ ਪੁੱਤਰ ਵਾਲਾ ਰਿਸ਼ਤਾ ਕਿਵੇਂ ਹੋ ਗਿਆ। ਹੋਗ ਉਮਰ ਤੇਰੀ ਮੇਰੀ ਇੱਕ ਰਾਜਾ, ਗੁੱਜਾ ਲਾਇਆ ਹੀ ਦਰਦ ਫਿਰ ਆਖ ਮੈਨੂੰ। ਫਿਰ ਉਹ ਕਹਿ ਰਹੀ ਕਿ ਤੇਰੀ ਤੇ ਮੇਰੀ ਉਮਰ ਜਿਹੜੀ ਹੈ ਉਹ ਹਮ ਉਮਰ ਹਾਂ, ਅਸੀਂ ਬਰਾਬਰ ਦੀ ਉਮਰ ਹੈ। ਇਸ ਲਈ ਤੂੰ ਮੇਰੇ ਪ੍ਰਤੀ ਮਾਂ ਸ਼ਬਦ ਵਰਤ ਕੇ ਮੈਨੂੰ ਇੱਕ ਤਰ੍ਹਾਂ ਦੇ ਨਾਲ ਮੇਰੀ ਤੌਹੀਨ ਕਰ ਰਿਹਾ ਹੈ। ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ, ਕਰ ਚੱਲਿਓ ਮਾਰ ਹਲਾਕ ਮੈਨੂੰ। ਇਸ ਤਰ੍ਹਾਂ ਕਾਦਰ ਯਾਰ ਕਹਿ ਰਿਹਾ ਹੈ ਕਿ ਲੂਣਾ ਹਰ ਤਰ੍ਹਾਂ ਦੀ ਸੰਗ ਸ਼ਰਮ ਨੂੰ ਤਿਆਗ ਕੇ ਆਪਣੇ ਮਨ ਦੇ ਜਿਹੜੇ ਭਾਵ ਹਨ ਉਹ ਪੂਰਨ ਦੇ ਸਾਹਮਣੇ ਜ਼ਾਹਿਰ ਕਰ ਦਿੰਦੀ ਹੈ ਕਿ ਤੇਰੀ ਤੇ ਮੇਰੀ ਉਮਰ ਜਿਹੜੀ ਹੈ ਇੱਕ ਹੈ, ਇਸ ਲਈ ਤੇਰੇ ਮੂੰਹੋਂ ਮਾਂ ਸ਼ਬਦ ਸੁਣਨਾ ਮੈਨੂੰ ਬਿਲਕੁਲ ਗਵਾਰਾ ਨਹੀਂ ਹੈ। ਐਨ ਅਰਜ਼ ਕਰਦਾ ਸ਼ਰਮਾਏ ਰਾਜਾ, ਮਾਏ ਸੁਖਨ ਅਵਲੜੇ ਬੋਲ ਨਹੀਂ। ਪੂਰਨ ਮਾਂ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਬੜਾ ਉਸਨੂੰ ਹਿਆ ਆਉਂਦੀ ਹੈ, ਲੱਜਾ ਆਉਂਦੀ ਹੈ, ਅਤੇ ਉਹ ਫਿਰ ਵੀ ਮਾਂ ਨੂੰ ਲੂਣਾ ਨੂੰ ਕਹਿੰਦਾ ਹੈ ਕਿ ਹੇ ਮਾਂ, ਤੂੰ ਆਪਣੇ ਮੂੰਹੋਂ ਸੁਖਨ ਭਾਵ ਸ਼ਬਦ ਅਜਿਹੇ ਅਨਹੂਣੇ ਸ਼ਬਦ ਕਿਉਂ ਕੱਢ ਰਹੀ ਹੈ। ਮਾਵਾਂ ਪੁੱਤਰਾਂ ਨਿਉ ਨਾ ਕਦੇ ਲੱਗਾ, ਜੱਗ ਵਿੱਚ ਮੁਕਾਲਖਾਂ ਘੋਲ ਨਹੀਂ। ਕਿਉਂਕਿ ਮਾਂ ਪੁੱਤਰ ਦਾ ਰਿਸ਼ਤਾ ਜਿਹੜਾ ਹੈ ਇਹ ਬੜਾ ਪਵਿੱਤਰ ਰਿਸ਼ਤਾ ਹੈ। ਇਸ ਲਈ ਤੂੰ ਇਸ ਰਿਸ਼ਤੇ ਨੂੰ ਭੰਗ ਕਰਨ ਦੀ ਸੋਚ ਵੀ ਮਨ ਦੇ ਵਿੱਚ ਨਾ ਲਿਆ। ਇਸ ਤਰ੍ਹਾਂ ਜੋ ਹੈ ਇਹ ਜੱਗ ਜਿਹੜਾ ਹੈ ਕਦੇ ਵੀ ਪ੍ਰਵਾਨਗੀ ਨਹੀਂ ਦਿੰਦਾ। ਸੀਨੇ ਨਾਲ ਲਗਾਏ ਕੇ ਰੱਖ ਮੈਨੂੰ, ਪੁੱਤਰ ਜਾਣ ਮਾਏ ਦਿਲੋਂ ਡੋਲ ਨਹੀਂ। ਕਿਉਂਕਿ ਮੈਂ ਤੇਰਾ ਪੁੱਤਰ ਹਾਂ, ਤੂੰ ਮੇਰੀ ਮਾਂ ਹੈ, ਤੂੰ ਮੈਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਮੈਨੂੰ ਪਿਆਰ ਦੇ, ਆਸ਼ੀਰਵਾਦ ਦੇ, ਅਤੇ ਆਪਣੇ ਮਨ ਦੀ ਸਥਿਤੀ ਜਿਹੜੀ ਹੈ ਉਸਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਡੋਲਣ ਨਾ ਦੇ। ਕਾਦਰ ਯਾਰ ਮੀਆਂ ਦੋਵੇਂ ਝਗੜਦੇ ਨਹੀਂ, ਸਾਈਂ ਬਾਜ ਦੂਜਾ ਕੋਈ ਕੋਲ ਨਹੀਂ। ਕਾਦਰ ਯਾਰ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਲੂਣਾ ਅਤੇ ਪੂਰਨ ਦੋਵੇਂ ਆਪਣੀ ਵਿਚਾਰ ਇੱਕ ਦੂਜੇ ਦੇ ਸਾਹਮਣੇ ਰੱਖ ਰਹੇ ਹਨ। ਤਕਰਾਰ ਹੋ ਰਹੀ ਹੈ, ਬੜੀ ਗਹਿਮਾ ਗਹਿਮ ਸਥਿਤੀ ਹੈ ਕਹਿ ਸਕਦੇ ਹਾਂ। ਕਿਉਂਕਿ ਪੂਰਨ ਜਿਹੜਾ ਹੈ ਉਹ ਮਾਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਮਾਤਾ ਲੂਣਾ ਜੋ ਹੈ ਉਸ ਨੂੰ ਆਪਣੀ ਮਨੋਸਥਿਤੀ ਦਾ, ਆਪਣੀ ਵਾਸਤਾ ਪਾ ਕੇ ਆਪਣੇ ਭਾਵਾਂ ਦਾ ਪ੍ਰਗਟਾਅ ਉਸ ਦੇ ਸਾਹਮਣੇ ਕਰ ਰਹੀ ਹੈ। ਪਰ ਇਸ ਉਲਝਣ ਦੀ ਸਥਿਤੀ ਦੇ ਵਿੱਚ, ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਕੋਈ ਉਹਨਾਂ ਦੋਹਾਂ ਤੋਂ ਸਿਵਾ ਤੀਜਾ ਕੋਲ ਨਹੀਂ ਹੈ। ਸਾਈਂ ਬਾਜ ਜਿਹੜਾ ਪਰਮਾਤਮਾ ਹੈ, ਉਹ ਕਾਦਰ ਹੈ, ਕੁਦਰਤ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਉਸ ਤੋਂ ਸਿਵਾ ਕੋਈ ਤੀਜਾ ਉਹਨਾਂ ਦੋਹਾਂ ਦੀ ਗੱਲਬਾਤ ਨੂੰ ਸੁਣਨ ਦੇ ਲਈ ਉੱਥੇ ਮੌਜੂਦ ਨਹੀਂ ਸੀ। ਗੈਮ ਗਮ ਨਾ ਸਮਝਦੀ ਖੌਫ ਖਤਰਾ, ਲੂਣਾ ਉੱਠ ਕੇ ਪਕੜਦੀ ਆਨ ਚੋਲਾ। ਪਰ ਲੂਣਾ ਜਿਹੜੀ ਹੈ ਫਿਰ ਹਰ ਤਰ੍ਹਾਂ ਦੇ ਜੋ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਖੌਫ ਖਤਰੇ ਦੀ ਪਰਵਾਹ ਨਾ ਕਰਦਿਆਂ ਹੋਇਆਂ ਪੂਰਨ ਦਾ ਚੋਲਾ ਫੜ ਕੇ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਵਾਰ ਤੂੰ ਬੈਠ ਪਲੰਘ ਉੱਤੇ, ਕਰਾਂ ਮਿਹਨਤ ਤੇਰੀ ਸੁਣ ਅਰਜ਼ ਗੋਲਾ। ਫਿਰ ਉਹ ਕਹਿ ਰਹੇ ਕਿ ਇੱਕ ਵਾਰੀ ਬੈਠ ਕੇ ਮੇਰੀ ਗੱਲ ਤਾਂ ਸੁਣ, ਮੈਂ ਤੇਰੇ ਅੱਗੇ ਅਰਜ਼ ਬੇਨਤੀ ਕਰ ਰਹੀ ਹਾਂ, ਗੋਲੀਆਂ ਵਾਂਗ, ਨਿਮਾਣੀ ਨੌਕਰਾਣੀਆਂ ਵਾਂਗ ਤੇਰੇ ਅੱਗੇ ਤਰਲੇ ਪਾ ਰਹੀ ਹਾਂ। ਪਰੀ ਜਿਹੀ ਮੈਂ ਇਸਤਰੀ ਅਰਜ਼ ਕਰਾਂ, ਜਾ ਤੂੰ ਮਰਦ ਨਹੀਂ ਕੋਈ ਹੈ ਭੋਲਾ। ਫਿਰ ਉਹ ਕਹਿ ਰਹੀ ਕਿ ਮੈਂ ਇੰਨੀ ਖੂਬਸੂਰਤ ਇਸਤਰੀ ਹਾਂ, ਪਰੀਆਂ ਜਿਹੀ ਖੂਬਸੂਰਤ ਹਾਂ, ਔਰ ਮੈਂ ਤੇਰੇ ਅੱਗੇ ਬੇਨਤੀਆਂ ਕਰ ਰਹੀ ਹਾਂ। ਤੂੰ ਮੇਰੀ ਮਨੋਸਥਿਤੀ ਨੂੰ ਜਾਂ ਤਾਂ ਸਮਝਣ ਨਹੀਂ ਰਿਹਾ, ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਜਾਂ ਤਾਂ ਤੂੰ ਮਨੁੱਖ ਨਹੀਂ ਹੈ, ਭਾਵ ਮਰਦ ਨਹੀਂ ਹੈ ਜੋ ਦੂਸਰਿਆਂ ਦੇ ਦੁੱਖ ਦਰਦ ਨੂੰ ਸਮਝਣ ਦੀ ਸਮਰੱਥਾ ਜਿਸ ਦੇ ਵਿੱਚ ਹੋਵੇ, ਜਾਂ ਫਿਰ ਤੂੰ ਭੋਲਾ ਬਣਨ ਦਾ ਨਾਟਕ ਕਰ ਰਿਹਾ ਹੈ। ਕਾਦਰ ਯਾਰ ਨਾ ਸੰਗ ਦੀ ਕਹੇ ਲੂਣਾ, ਸੇਜ ਮਾਣ ਮੇਰੀ ਜਿੰਦ ਜਾਨ ਟੋਲਾ। ਇਸ ਤਰ੍ਹਾਂ ਕਾਦਰ ਯਾਰ ਕਹਿ ਰਿਹਾ ਹੈ ਕਿ ਹਰ ਤਰ੍ਹਾਂ ਦੀ ਸੰਕੋਚ, ਸ਼ਰਮ, ਹਿਆ ਨੂੰ ਤਿਆਗ ਕੇ ਲੂਣਾ ਆਪਣੀ ਮਨੋਸਥਿਤੀ ਸਪਸ਼ਟ ਸ਼ਬਦਾਂ ਦੇ ਵਿੱਚ ਪੂਰਨ ਦੇ ਨਾਲ ਸਾਂਝੀ ਕਰ ਦਿੰਦੀ ਹੈ ਕਿ ਮੈਂ ਤੇਰੇ ਨਾਲ ਪਤੀ ਵਾਲਾ ਰਿਸ਼ਤਾ ਜੋ ਹੈ ਕਾਇਮ ਕਰਨਾ ਚਾਹੁੰਦੀ ਹਾਂ। ਫੇਰ ਗਿਆ ਗੁੱਸੇ ਹੋਏ ਪੂਰਨ, ਤੈਨੂੰ ਵਗ ਕੀ ਗਈ ਹੈ ਬਾਣ ਮਾਏ। ਫਿਰ ਪੂਰਨ ਬੜੇ ਗੁੱਸੇ ਦੇ ਵਿੱਚ ਮੱਥੇ 'ਤੇ ਤਿਉੜੀਆਂ ਪਾ ਕੇ ਲੂਣਾ ਨੂੰ ਜਵਾਬ ਦਿੰਦਾ ਹੈ ਕਿ ਤੈਨੂੰ ਕੀ ਬਾਣ ਵਗ ਗਈ ਹੈ, ਭਾਵ ਇਹ ਅਵੱਲੜੇ ਖਿਆਲ ਤੇਰੇ ਮਨ ਦੇ ਵਿੱਚ ਕਿਉਂ ਆ ਰਹੇ ਹਨ, ਜਿਹਦੀ ਇਸਤਰੀ ਉਹੀ ਹੈ ਬਾਪ ਮੇਰਾ। ਕਿਉਂਕਿ ਜੋ ਤੂੰ ਰਿਸ਼ਤਾ ਮੇਰੇ ਨਾਲ ਕਾਇਮ ਕਰਨਾ ਚਾਹੁੰਦੀ ਹੈ, ਤੈਨੂੰ ਖਿਆਲ ਹੋਣਾ ਚਾਹੀਦਾ ਹੈ ਕਿ ਤੂੰ ਉਸੇ
ਸ਼ਖਸ ਦੀ ਇਸਤਰੀ ਹੈ ਜੋ ਮੇਰਾ ਪਿਤਾ ਹੈ, ਤਿਸ ਦੀ ਤੁਖਮ ਥੀ ਜੰਮਿਆ ਜਾਣ ਮਾਏ, ਮੈਂ ਉਸੇ ਦਾ ਅੰਸ਼ ਹਾਂ, ਉਸੇ ਦਾ ਵੰਸ਼ ਹਾਂ, ਉਸੇ ਦਾ ਬੀਜ ਹਾਂ। ਗੱਲਾਂ ਇਹੋ ਜਿਹੀਆਂ ਜਦੋਂ ਹੋਣਗੀਆਂ, ਪੁੱਠੀ ਹੋਗ ਜਿਮੀ ਅਸਮਾਨ ਮਾਏ, ਕਿਉਂਕਿ ਮੇਰਾ ਪਿਤਾ ਤੇਰਾ ਪਤੀ ਹੈ, ਇਸ ਨਾਤੇ ਤੂੰ ਮੇਰੀ ਧਰਮ ਮਾਂ ਹੈ। ਅਤੇ ਜਿਸ ਤਰ੍ਹਾਂ ਦਾ ਸੰਬੰਧ ਤੂੰ ਲੋਚਦੀ ਹੈ, ਜੇਕਰ ਅਜਿਹਾ ਸਮਾਜ ਦੇ ਵਿੱਚ ਹੋਣ ਲੱਗਿਆ ਜਿਸ ਦੀਆਂ ਸਾਡੀਆਂ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਇਜਾਜ਼ਤ ਨਹੀਂ ਦਿੰਦੀਆਂ, ਤਾਂ ਇੱਕ ਅਣਹੋਣੀ ਘਟਨਾ ਹੈ, ਧਰਤੀ ਅਸਮਾਨ ਪਲਟ ਜਾਣ ਵਾਲੀ ਗੱਲ ਹੈ। ਕਾਦਰ ਯਾਰ ਮੀਆਂ ਪੂਰਨ ਦੇ ਮਤੀ ਕਿੱਧਰ ਗਿਆ ਈ ਅੱਜ ਧਿਆਨ ਮਾਏ। ਇਸ ਤਰ੍ਹਾਂ ਕਾਦਰ ਯਾਰ ਕਹਿ ਰਿਹਾ ਹੈ ਕਿ ਪੂਰਨ ਜੋ ਹੈ ਆਪਣੀ ਮਾਂ ਲੂਣਾ ਨੂੰ ਮੱਤਾਂ ਦੇ ਰਿਹਾ ਹੈ, ਸਮਝਾ ਰਿਹਾ ਹੈ, ਉਸ ਦੀ ਮਨੋਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ, ਉਸ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਹਵਾਲਾ ਦੇ ਕੇ, ਆਪਣੇ ਰਾਜ ਧਰਮ ਦਾ ਹਵਾਲਾ ਦੇ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੇ ਮਾਂ, ਤੂੰ ਆਪਣੇ ਮਨੋਬਿਰਤੀ ਨੂੰ ਇਕਾਗਰਚਿਤ ਕਰ, ਆਪਣਾ ਧਿਆਨ ਜੋ ਹੈ ਸਿੱਧੇ ਪਾਸੇ ਲਾ, ਸੋਚ ਜਿਹੜੀ ਹੈ ਉਹ ਚੰਗੀ ਬਣਾ, ਸਕਾਰਾਤਮਕ ਬਣਾ, ਔਰ ਮੇਰੇ ਨਾਲ ਤੂੰ ਜੋ ਹੈ ਇੱਕ ਪੁੱਤਰ ਵਾਲਾ ਰਿਸ਼ਤਾ ਸਥਾਪਿਤ ਕਰਕੇ ਮੇਰੇ ਸਿਰ 'ਤੇ ਆਸ਼ੀਰਵਾਦ ਭਰਿਆ ਹੱਥ ਧਰ, ਤਾਂ ਜੋ ਮੈਨੂੰ ਵੀ ਜੋ ਹੈ ਇਸ ਸਥਿਤੀ ਤੋਂ ਮੁਕਤੀ ਮਿਲੇ ਔਰ ਤੇਰੇ ਵੀ ਕਾਲਜੇ ਨੂੰ ਠੰਡ ਪਵੇ। ਇਸ ਤਰ੍ਹਾਂ ਕਾਦਰ ਯਾਰ ਕਹਿ ਰਿਹਾ ਹੈ ਕਿ ਲੂਣਾ ਅਤੇ ਪੂਰਨ ਦਾ ਜੋ ਵਾਰਤਾਲਾਪ ਚੱਲ ਰਿਹਾ ਹੈ, ਇਹ ਬੜੀ ਅਵੱਲੜੀ ਸਥਿਤੀ ਹੈ, ਜਿਸ ਨੂੰ ਉੱਥੇ ਕੋਈ ਵੀ ਸ਼ਖਸ ਮੌਜੂਦ ਨਹੀਂ ਹੈ ਜਿਹੜਾ ਇਸ ਸਥਿਤੀ ਨੂੰ ਸਮਝਦਿਆਂ ਹੋਇਆਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕੇ ਜਾਂ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰ ਸਕੇ, ਕਿਉਂਕਿ ਉਹਨਾਂ ਦੋਹਾਂ ਤੋਂ ਸਿਵਾ ਉੱਥੇ ਤੀਜੀ ਧਿਰ, ਕੋਈ ਤੀਜਾ ਸ਼ਖਸ ਸਿਵਾਏ ਉਸ ਕਾਦਰ ਦੇ, ਉਸ ਕੁਦਰਤ ਦੇ ਮੌਜੂਦ ਨਹੀਂ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਲੇ ਵੀਡੀਓ ਜੋ ਹੈ, ਜੋ ਭਾਗ 3 ਲੈ ਕੇ ਅਸੀਂ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਅਗਲੇ ਸਿਰਲੇਖ ਤਹਿਤ ਚਰਚਾ ਕੀਤੀ ਜਾਵੇਗੀ। ਤਦ ਤੱਕ ਜੁੜੇ ਰਹਿਣਾ ਚੈਨਲ ਦੇ ਨਾਲ, ਔਰ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।